प्यारे विद्यार्थियों, चैप्टर 3 प्लेइंग विद नंबर्स 6th क्लास मैथ अकॉर्डिंग टू द न्यू सिलेबस ऑफ पंजाब स्कूल एजुकेशन बोर्ड। ਇਹਦਾ ਪਹਿਲਾ ਟੌਪਿਕ ਆ ਬੱਚਿਓ ਫੈਕਟਰਸ। ਹੁਣ ਇੱਥੇ ਫੈਕਟਰਸ ਦਾ ਫਿਗਰਾਂ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਦਾਂ ਇੱਕ ਰੋ ਆ 1 ਗੁਣਾ 12, ਜਿੱਦਾਂ 12 ਦੇ ਆਪਾਂ ਫੈਕਟਰ ਬਣਾਉਣੇ ਹੋਣ 12 ਬੋਲਸ ਨੇ ਸਾਡੇ ਕੋਲ, ਅਸੀਂ ਇਹਨੂੰ ਇੱਦਾਂ ਹੌਰੀਜ਼ੈਂਟਲੀ ਇੱਕ ਰੋ 'ਚ ਵੀ ਅਰੇਂਜ ਕਰ ਸਕਦੇ ਹਾਂ, ਦੋ ਰੋਜ਼ ਦੇ ਵਿੱਚ ਵੀ ਅਰੇਂਜ ਕਰ ਸਕਦੇ, 2 ਛਿਕੇ 12 ਬਣ ਗਿਆ। ਇਸ ਤਰ੍ਹਾਂ ਇਹਨਾਂ ਨੂੰ 3 ਰੋਜ਼ ਦੇ ਵਿੱਚ ਵੀ ਐਡਜਸਟ ਕੀਤੀਆਂ ਜਾ ਸਕਦੀਆਂ ਨੇ, 4 ਰੋਜ਼ 'ਚ ਵੀ 4 ਤੀਏ 12 ਬਣ ਗਿਆ। ਅੱਗੇ ਇਹਨਾਂ ਨੂੰ 6 ਰੋਜ਼ ਦੇ ਵਿੱਚ ਇਹਨੇ ਐਡਜਸਟ ਕੀਤਾ, ਮੈਂ ਨੰਬਰ ਵੀ ਪਾ ਦਿੱਤੇ, 6 ਦੁਨੀ 12 ਬਣ ਗਿਆ। ਇਸ ਤਰ੍ਹਾਂ ਇਹਨੇ ਅੱਗੇ ਪਰ ਹੁਣ 7 8 9 10 ਤੇ 11 ਦੇ ਵਿੱਚ ਆਪਾਂ ਇਹਨੂੰ ਐਡਜਸਟ ਨਹੀਂ ਕਰ ਸਕਦੇ, ਫਿਰ ਕੋਈ ਨਾ ਕੋਈ ਬੋਲ ਬਚ ਜੂਗੀ, ਵੱਧ ਜੂਗੀ ਜਾਂ ਘਟ ਜੂਗੀ। ਫਿਰ ਇੱਕ 12 ਰਹਿ ਗਿਆ, ਜਿਹੜੇ 12 ਰੋਜ਼ ਦੇ ਵਿੱਚ ਵੀ ਆਪਾਂ ਇਹਨੂੰ ਇੱਕ ਇੱਕ ਕਰਕੇ ਐਡਜਸਟ ਕਰ ਸਕਦੇ ਹਾਂ, ਇੱਕ ਕਾਲਮ ਬਣ ਜਾਏਗਾ ਨਾ। ਹੁਣ ਫੈਕਟਰ ਹੈ ਕੀ ਹੈ? ਫੈਕਟਰ ਦਾ ਜੇ ਆਪਾਂ ਆਮ ਭਾਸ਼ਾ 'ਚ ਆਪਾਂ ਗੱਲ ਕਰੀਏ ਤਾਂ ਫੈਕਟਰ ਦਾ ਮਤਲਬ ਹੁੰਦਾ ਤੋੜਨਾ, ਗੁਣਨਖੰਡ ਬਣਾਉਣਾ, ਬ੍ਰੇਕ ਕਰਨਾ। ਜਿੱਦਾਂ ਮੈਂ ਨੰਬਰ ਲਿਆ 12, 12 ਨੂੰ ਮੈਂ ਬ੍ਰੇਕ ਕਰਨਾ ਦੋ ਤਰੀਕੇ ਹੁੰਦੇ, ਜਾਂ ਮੈਂ ਪਲੱਸ ਦੇ ਵਿੱਚ ਬ੍ਰੇਕ ਕਰ ਲਾਂ, ਜਾਂ 12 ਨੂੰ ਮੈਂ ਇੱਦਾਂ ਬ੍ਰੇਕ ਕਰਾਂ 9 ਜਮਾ 3 ਲਿਖ ਲਾਂ, ਪਰ ਇੱਦਾਂ ਨਹੀਂ ਕਰਨਾ। ਇਹਨੂੰ ਮੈਂ ਮਲਟੀਪਲੀਕੇਸ਼ਨ ਦੇ ਰੂਪ ਦੇ ਵਿੱਚ ਬ੍ਰੇਕ ਕਰਨਾ। ਹੁਣ ਕਿਸ ਤਰ੍ਹਾਂ? ਜਿੱਦਾਂ 12 ਨੂੰ ਮੈਂ ਲਿਖ ਦਿਆਂ 3 ਗੁਣਾ 4, ਹੋ ਗਿਆ ਨਾ ਬ੍ਰੇਕ। 3 ਚੌਕੇ 12, 2 ਛਿਕੇ 12, 12 ਏਕਮ 12। ਕਹਿਣ ਦਾ ਮਤਲਬ ਮੈਂ ਟੇਬਲ ਪੜ੍ਹ ਰਿਹਾ ਜਿਹਦੇ 'ਚ 12 ਆ ਜੇ, ਉਹ ਸੰਖਿਆਵਾਂ ਦਾ ਟੇਬਲ ਬਣਨਾ ਜਿਹਦੇ 'ਚ 12 ਆ ਜੇ, ਉਹ ਫਿਰ ਸਾਰੇ ਜਿਹਦੇ ਮੈਂ ਟੇਬਲ ਪੜੂੰਗਾ, ਪਹਾੜੇ ਪੜੂੰਗਾ, ਉਹ ਇਹਦੇ ਫੈਕਟਰ ਬਣ ਜਾਣਗੇ। ਹੁਣ ਜਿਸ ਤਰ੍ਹਾਂ A ਬਰਾਬਰ B ਗੁਣਾ C ਹੈ, A ਕਿੰਨਾ ਹੈ? 12 ਨੂੰ ਮੈਂ A ਲਿਖਤਾ, 3 ਨੂੰ ਮੈਂ B ਲਿਖਤਾ, 4 ਨੂੰ C, ਮਤਲਬ ਕਹਿਣ ਦਾ ਮਤਲਬ ਮੈਂ ਇਹਨੂੰ ਜਨਰਲ ਫਾਰਮ 'ਚ ਲਿਖਤਾ। B ਤੇ C ਇਹਦੇ ਕੀ ਬਣ ਜਾਣਗੇ? ਫੈਕਟਰ। ਤੇ ਇਹਦਾ ਮਤਲਬ ਇਹ ਹੋ ਗਿਆ 3 ਤੇ 4 ਕੀ ਹੋ ਗਏ? 12 ਦੇ ਫੈਕਟਰ ਬਣ ਗਏ। ਹੁਣ ਫੈਕਟਰ ਕਈ ਤਰੀਕਿਆਂ ਨਾਲ ਬਣ ਸਕਦੇ ਨੇ। ਆ ਦੇਖੋ 12 1 ਗੁਣਾ 12, 12 ਏਕਮ 12, 2 ਛਿਕੇ 12, 3 ਚੌਕੇ 12, 12 ਏਕਮ 12, ਫਿਰ ਦੁਬਾਰਾ ਕਿਉਂਕਿ ਹੁਣ 12 ਅੱਗੇ ਪਿੱਛੇ ਹੋ ਗਿਆ, ਫਿਰ 12 6 ਦੁਨੀ 12, 12 4 ਤੀਏ 12। ਹੁਣ ਇਹਦੇ ਫੈਕਟਰ ਮੇਰੇ ਕੋਲ ਬਣ ਗਏ। ਕਿਹੜੇ ਕਿਹੜੇ ਬਣ ਗਏ? ਦੇਖੋ 1 2, 1 ਦੇ ਪਹਾੜੇ 'ਚ ਵੀ ਜੇ ਮੈਂ 1 ਦਾ ਟੇਬਲ ਪੜ੍ਹਾਂ, 1 ਦਾ ਪਹਾੜਾ ਪੜ੍ਹਾਂ ਤਾਂ 12 ਆਉਂਦਾ, 2 ਦਾ ਪਹਾੜਾ ਪੜ੍ਹਾ ਤਾਂ ਵੀ 12 ਆਉਂਦਾ, 3 ਦਾ ਪਹਾੜਾ ਪੜ੍ਹਾ ਤਾਂ ਵੀ 12 ਆਉਂਦਾ, 4 ਦਾ ਪਹਾੜਾ 12 ਆਉਂਦਾ, 6 ਦਾ ਟੇਬਲ ਪੜ੍ਹਾ 12 ਆਉਂਦਾ। ਇਹਦਾ ਮਤਲਬ ਜਿਹੜੇ ਟੇਬਲਾਂ ਦੇ ਵਿੱਚ 12 ਆ ਗਿਆ ਉਹ ਸਾਰੇ ਇਹਦੇ ਕੀ ਬਣ ਜਾਣੇ ਨੇ? ਫੈਕਟਰ। ਇਹ ਸੌਖਾ ਤਰੀਕਾ ਹੈ ਫੈਕਟਰਸ ਦੀ ਭਾਸ਼ਾ ਨੂੰ ਸਮਝਣ ਦਾ। ਹੁਣ ਅੱਗੇ ਦੇਖੋ, ਮੰਨ ਲਓ ਹੁਣ ਦੇਖੋ ਇਹ 'ਚ 5 ਨਹੀਂ ਆ ਰਿਹਾ, 5 ਨਹੀਂ ਨਾ ਆ ਰਿਹਾ ਵਿੱਚ, ਇਹਦਾ ਮਤਲਬ 5 ਦਾ ਫੈਕਟਰ ਨਹੀਂ, ਕਿਉਂਕਿ 5 ਦਾ ਟੇਬਲ ਮੈਂ ਪੜ੍ਹਦਾ ਤੇ 12 ਆਉਂਦਾ ਹੀ ਨਹੀਂ, 7 ਦਾ ਟੇਬਲ ਪੜ੍ਹਦਾ 12 ਆਉਂਦਾ ਹੀ ਨਹੀਂ, 8 ਦਾ ਟੇਬਲ ਪੜ੍ਹਾਂ 12 ਨਹੀਂ ਆਉਂਦਾ। ਇਹਦਾ ਮਤਲਬ ਉਹ ਇਹਦੇ ਫੈਕਟਰ 12 ਦੇ ਫੈਕਟਰ ਨਹੀਂ ਹੋਣਗੇ। ਜਿਹਦਾ ਮੈਂ ਟੇਬਲ ਪੜ੍ਹਦਾ ਵਾਂ, ਜੇ ਤਾਂ ਉਹ ਉਸ ਉਹਦੇ ਪਹਾੜੇ 'ਚ ਆ ਜਾਣ ਤਾਂ ਉਹ ਉਹਦੇ ਫੈਕਟਰ ਹੈਗੇ ਨੇ। ਕਹਿਣ ਦਾ ਮਤਲਬ ਜੇ ਮੈਂ 15 ਵਾਂ, 15 ਹੁਣ ਮੈਂ ਜਿਹੜੇ ਪਹਾੜੇ ਪੜ੍ਹਾਂ, ਦੇਖੋ 1 15 15, 2 ਇਹ ਆਉਣਾ ਨਹੀਂ, 3 5 15, 5 ਤੀਏ 15, ਅੱਗੇ 6 ਵੀ ਨਹੀਂ ਆਉਣਾ ਕਿਉਂਕਿ 6 ਦਾ 15 'ਚ ਆਏਗਾ ਹੀ ਨਹੀਂ। 6 ਦਾ ਮੈਂ ਪਹਾੜਾ ਪੜ੍ਹਾਂ ਤੇ 15 ਨਹੀਂ ਆਏਗਾ, 7 ਦਾ ਪਹਾੜਾ ਪੜ੍ਹਾਂ ਨਹੀਂ ਆਏਗਾ, 8 ਦਾ ਟੇਬਲ ਪੜ੍ਹਾਂ ਨਹੀਂ ਆਏਗਾ, 9 10 11 12 13 14, ਅਖੀਰ 'ਚ ਕਿਹੜਾ ਆਏਗਾ? 15। ਇਹਦਾ ਮਤਲਬ 1 3 5 15 ਇਹਦੇ ਆ ਗਏ ਫੈਕਟਰਸ, ਕਿਹਦੇ? 15 ਦੇ। ਲਓ ਹੁਣ ਅੱਗੇ ਗੱਲ ਧਿਆਨ ਨਾਲ ਸਮਝੋ। ਫੈਕਟਰ ਦੀ ਡੈਫੀਨੇਸ਼ਨ: ਫੈਕਟਰ ਆਫ ਅ ਨੰਬਰ ਐਗਜ਼ੈਕਟਲੀ ਡਿਵਿਜ਼ੀਬਲ ਬਾਈ ਦੈਟ ਨੰਬਰ। ਜਿਹਦੇ ਆਪਾਂ ਫੈਕਟਰ ਲਿਖਦੇ ਹਾਂ ਉਹ ਉਸ ਨੰਬਰ ਨੂੰ ਪੂਰੇ ਡਿਵਾਈਡ ਕਰਦੇ ਨੇ। ਜਿੱਦਾਂ ਹੁਣ 12 ਦੇ ਫੈਕਟਰ ਆਪਾਂ ਲਿਖੇ, ਲਓ 12 ਦੇ ਆਪਾਂ ਫੈਕਟਰ ਲਿਖ ਦਿੱਤੇ 1 2 3 4 ਤੇ 12, ਇਹ ਕਹਿੰਦੇ ਨੇ 12 ਦੇ ਫੈਕਟਰ। ਹੁਣ ਇਹ ਸਾਰੇ ਜਿੰਨੇ ਵੀ ਫੈਕਟਰ ਨੇ 12 ਨੂੰ ਪੂਰੇ ਡਿਵਾਈਡ ਕਰਦੇ ਨੇ। ਕਹਿਣ ਦਾ ਮਤਲਬ ਰਿਮਾਈਂਡਰ ਕਿੰਨਾ ਆਏਗਾ? 0। ਹੁਣ ਡੈਫੀਨੇਸ਼ਨ ਬਣ ਗਈ: ਫੈਕਟਰ ਆਫ ਅ ਨੰਬਰ ਐਗਜ਼ੈਕਟਲੀ ਡਿਵਾਈਡ ਦੈਟ ਨੰਬਰ ਵਿਦ ਲੀਵਿੰਗ 0 ਐਜ਼ ਰਿਮਾਈਂਡਰ। ਇਹਨੂੰ ਜਿਹੜਾ ਠੀਕ ਕਰ ਲਓ, ਇਹਨੇ ਵਿਦਆਊਟ ਲਿਖਤਾ, ਪਰ 0 ਤਾਂ ਹੁੰਦਾ ਹੀ ਹੈ ਨਾ, 0 ਇਜ਼ ਆਲਸੋ ਹੋਲ ਨੰਬਰ।
विद लीविंग जीरो एज रिमाइंडर। कहता मतलब पूरा पूरा डिवाइड हो जाए। पूरा पूरा डिवाइड उदों आप कहने जो रिमाइंडर कितना आ जाए जीरो। लो हुण अगे इन्हूं फैक्टर बना के दसे ने, जिद्दां नंबर 2 आ, 2 दे फैक्टर किन्ने बन गए 1 ते 2, 6 दे 1 2 3 6, 10 दे 1 2 5 ते 10, 1 10 दा 2 5 10, 5 दूनी 10, 10 एकम 10। आ जिन्ने भी नंबर है ये 10 नूं पूरा पूरा डिवाइड करते हैं। इदा 20 दे 1 2 4 5 10 20, इदा ही 24 दे बन गए 1 2 3 4 6 8 12 24। इन्होंने आप रिपीट नहीं करना, जरा ध्यान रखो, इक्को बारी लिखना जोड़ा फैक्टर बनता है। लो हुण जरा ध्यान नाल देखो, हुण की आप रिजल्ट कढ़िया। हुण जरा इत्थे फिर मैं दोबारा टेबल इत्थे एक टेबल बनाया वा, फैक्टर नाल लिख दिते ने जिहड़े बनदे सी। कहंदा 1 इज़ अ फैक्टर ऑफ एवरी नंबर। आ देखो जिहड़ा 1 आ हर एक नंबर दा फैक्टर हैगा। एक तो चल पो, एक तो होना ही होना है पक्का। एवरी नंबर इज़ अ फैक्टर ऑफ इट सैल्फ। हर एक नंबर अपने आप का फैक्टर है। जिद्दां 2 आ आना ही है, 3 3 का फैक्टर, क्योंकि 3 एकम 3, 3 3 नूं पूरा पूरा डिवाइड करदा, 4 4 नूं करदा, 5 5 नूं करदा। ਇਹਦਾ मतलब हर एक नंबर का अपना फैक्टर तो होना ही होना। 6 6 नूं डिवाइड कर रहा, 7 देखो 7 आ रहा, 10 आ रहा। ਇਹਦਾ मतलब एक छड्ड के बाकी सारे नंबरों के घट्टो घट्ट किन्ने फैक्टर होणगे, 2 तो होने ही होने हैं। एवरी नंबर अदर दैन 1 हैज़ एटलीस्ट 2 फैक्टर। 2 फैक्टर होने हैं, देख ही रहे तुसीं। मैं इत्थे एक तो लिखिया नहीं ना अजे, एक इदां दा नंबर वो है ही कल्ला, इस करके फैक्टर एक का की हमेशा एक ही होएगा। आ देखो सारिਆਂ ते घट्टो घट्ट ਜਿਹੜੇ मिनीमम की गल करदा 2 फैक्टर होणगे। एवरी फैक्टर ऑफ अ नंबर इज़ लैस दैन और इक्वल टू द नंबर। ਜਿਹਦੇ ਤੁਸੀਂ फैक्टर लिखते हो वो जिन्ने भी फैक्टर होणगे वो इस नंबर नाल घट होणगे। आ देखो 2 वध तो वध कितना 2 है ना, इत्थे 2 ही है, 3 है 3 है, 4 है 4 है। ਜਿਹੜੇ फैक्टर आणगे वो वैल्यू उन्हां दी इस नंबर के बराबर भी हो सकती है तो घट भी हो सकती है। आ देखो आ बराबर चल रहे 1 5, कोई वड्डा तो नहीं ना है 5 तो। इदा 6 के फैक्टर तुसीं देखो, 1 भी 6 नालों छोटा, 2 भी 6 नालों छोटा, 3 भी 6 नालों छोटा, 6 6 के बराबर है। बराबर आ सकता जां ये फैक्टर इस नंबर नालों छोटे होणगे जां बराबर होएगा। बराबर तो होना ही है, एक नंबर तो आएगा ही जिहड़ा इहदे बराबर होएगा, बाकी जिहड़े नंबर होणगे वो इस नंबर के नालों छोटे होणगे। लो ये गल याद रखोगे। लो अगे हुण इन्हें कैलकुलेट कर एक होर गल, आ नंबर हैज़ आलवेज फाइनाइट नंबर ऑफ फैक्टर। ये जिहड़े फैक्टर है फाइनाइट रहणगे। 2 दे जिद्दां 2 आ, 3 दे 1 ते 2, 4 दे 1 2 3, ये गिनती हमेशा फाइनाइट रहेगी। फाइनाइट मतलब जिन्हों आप काउंट कर सकते हैं, एक लिमिट दे विच रहेगी। जिद्दां 15 के फैक्टर लिखने 1 15 15, 3 5 15, 5 तीए 15, 15 तो आप होना ही है, 2 तो होणगे ही होणगे। 1 3 5 ते 15। ये देखो चारे नंबर 15 नूं पूरे पूरा डिवाइड करनगे। जे तो नहीं हुंदा तो मतलब तुसीं किते गलती करती लिखण च। इदां ही तुसीं 36 दे फैक्टर लिख सकते हो, इहनूं ब्रेक करके 2 18 36, 3 12 36, 4 9 36, 6 6 36, 9 चौका 36। इदां फैक्टर लिखे जा सकते ने, पर रिपीट ना करियो, क्योंकि कई बार 2 बारी भी 4 9 36, 9 चौका 36 तो आप इक्को बारी लिखना। 4 नूं इक्को बारी लिखांगे, 9 नूं भी इक्को बारी लिखांगे। तो बच्चों अगला टॉपिक है मल्टीपल्स। मल्टीपल्स बहुत आसान तरीका है, गुंज कह दें आप हिंदी दे विच। जिद्दां हुण तुसीं एक दे मल्टीपल लिखदे, एक दा टेबल ही पढ़ना सीधा, 1 2 3 4 5, एक दा टेबल तो इदां ही हुंदा है। 2 दा टेबल 2 एकम 2, 2 दूनी 4, 2 तीन 6, 2 चौके 8, 2 5 10। बस टेबल की फॉर्म दे विच लिखने हैं, कौमे पा दिओ नाल। 5 दे 5 10 15 20, जिहड़े 5 दे पहाड़े च आउणगे, 5 दे टेबल च आउणगे, दीज आर ऑल मल्टीपल्स। 8 के टेबल च आ गए, दीज आर ऑल मल्टीपल्स। हुण मल्टीपल्स इनफाइनाइट है। हुण देखो एवरी नंबर इज़ अ मल्टीपल ऑफ इट सैल्फ। हर एक नंबर अपने आप दे विच मल्टीपल आ। देखो 1 का लिख दो, 1 तो आंदा ही है, 2 का 2 आंदा, 5 आंदा, 8 भी आंदा, 15 भी आंदा। एवरी मल्टीपल ऑफ है ग्रेटर दैन और जिहड़े मल्टीपल है ना, हुण जां तां इहदे बराबर होऊगा ते जां इस तों वड्डे होणगे। आ देखो आ बराबर है,
ਇੱਕ, ਬਾਕੀ ਸਾਰੇ ਕਿਹੜੇ ਨੇ ਮਲਟੀਪਲ ਵੱਡੇ ਨੇ। ਉੱਥੇ ਫੈਕਟਰ ਦੇ ਵਿੱਚ ਛੋਟੇ ਸੀਗੇ, ਆਪਾਂ ਜਦੋਂ ਫੈਕਟਰ ਪੜ੍ਹਦੇ ਸੀ ਨਾ ਉੱਥੇ ਛੋਟੇ ਸੀ ਜਾਂ ਬਰਾਬਰ ਸੀ, ਇੱਥੇ ਹੁਣ ਆ ਗਿਆ ਬਰਾਬਰ ਤੇ ਵੱਡੇ। ਜਿੰਨੇ ਮਲਟੀ ਨੈਚੁਰਲੀ ਪਹਾੜਾ ਅੱਗੇ ਨੂੰ ਜਾਂਦਾ ਤੇ ਵੱਡੇ ਹੀ ਹੋਣਗੇ। ਸਮਾਲੈਸਟ ਮਲਟੀਪਲ ਆਫ ਅ ਨੰਬਰ ਇਜ਼ ਇਕੁਅਲ ਟੂ ਦ ਨੰਬਰ, ਜਿਹੜਾ ਸਮਾਲੈਸਟ ਮਲਟੀਪਲ ਉਹ ਆਪ ਨੰਬਰ ਹੀ ਹੋਏਗਾ। ਜਿੱਦਾਂ 2 ਦਾ ਲਿਖਦੇ 2, ਸਮਾਲੈਸਟ 5 ਦਾ ਮਲਟੀਪਲ ਲਿਖੇ ਹੋਏ ਤਾਂ 5 ਹੈ, 8 ਦਾ 8, 15 ਦਾ 15। ਦੇਅਰ ਆਰ ਇਨਫਾਈਨਾਈਟ ਮਲਟੀਪਲਸ ਆਫ ਨੰਬਰ, ਹੁਣ ਇੱਥੇ ਇਨਫਾਈਨਾਈਟ ਆ ਕਿਉਂਕਿ ਟੇਬਲ ਤਾਂ ਕਦੀ ਖਤਮ ਹੁੰਦਾ ਹੀ ਨਹੀਂ। 2 ਦਾ ਟੇਬਲ ਜਿੱਥੋਂ ਤੱਕ ਮਰਜ਼ੀ ਪੜ੍ਹੀ ਤੇ ਜਿਹਦਾ ਕੋਈ ਵੀ ਐਂਡ ਨਹੀਂ ਹੈ। ਲਓ ਹੁਣ ਇਹਦਾ ਮਲਟੀਪਲ ਤੁਸੀਂ ਲਿਖਣਾ ਚਾਹੁੰਦੇ ਹੋ 4 ਦੇ, 4 ਦਾ ਟੇਬਲ ਪੜ੍ਹ ਲਓ। 4 ਏਕਮ 4, 4 ਦੂਣੀ 8, 4 ਤੀਹ 12, 4 ਚੌਕ 16, ਜਿੰਨੇ ਉਹਨੇ ਪੁੱਛਿਆ ਹੋਵੇ ਉਹਨੇ ਲਿਖ ਦਿਓ। 4, 8, 12, 16, 20, 24 ਇਹ ਕੀ ਬਣ ਗਏ ਮਲਟੀਪਲ। ਜੇ 5 ਦੇ ਲਿਖਣੇ ਆ, ਫਾਈਂਡ ਦਾ ਫਸਟ 5 ਮਲਟੀਪਲਸ ਆਫ 13, ਜੇ 13 ਦੇ ਲਿਖਣੇ ਆ ਤੇ 13 ਦੂਣਾ 26, 13 39, 13 ਚੌਕ 52, 13 5 65 ਇਹ ਬਣ ਗਏ ਮਲਟੀਪਲਸ।